Hello, everyone. Sorry, I just finished my session, so I thought कि मैं क्विकली लाइव करके एक टॉपिक डिस्कस कर सकती हाँ। हाँ जी, सो ਅੱਜ ਜਿਹੜਾ ਇੱਕ ਟੌਪਿਕ ਹੈ ਨਾ, ਆਈ ਨੋ ਇਹ ਬਹੁਤ ਜ਼ਿਆਦਾ ਮੇਰੇ ਕੋਲ ਵੀ ਬਹੁਤ ਜ਼ਿਆਦਾ ਰਿਫਰਲਸ ਆ ਰਹੀਆਂ ਡੋਮੈਸਟਿਕ ਵਾਇਲੈਂਸ ਦੀਆਂ, ਡੋਮੈਸਟਿਕ ਹੈਲਪ ਦੀਆਂ, ਬਿਕਾਜ਼ ਜਿਵੇਂ ਕਿ ਅਸੀਂ ਸਾਰੇ ਇਸ ਲਾਕਡਾਊਨ ਦੇ ਵਿੱਚ ਸਟਕ ਹਾਂ ਅਤੇ ਇਹ ਸਾਡੇ ਰਿਸ਼ਤਿਆਂ ਦੇ ਵਿੱਚ ਬੜਾ ਬਦਲਾਅ ਆ ਰਿਹਾ। ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜਾ ਵਾਇਲੈਂਸ ਆ ਉਹ ਜਾਂ ਕਿਸੇ ਵੀ ਤਰ੍ਹਾਂ ਦਾ ਫਿਜ਼ੀਕਲ ਹੋ ਸਕਦਾ, ਵਰਬਲ ਹੋ ਸਕਦਾ, ਸੋ ਕਿਸੇ ਵੀ ਤਰ੍ਹਾਂ ਦਾ। ਸੋ ਇਹ ਵਾਇਲੈਂਸ ਕੀ ਆ? ਸੋ ਸਭ ਤੋਂ ਪਹਿਲਾਂ ਬਿਕਾਜ਼ ਸਾਨੂੰ ਇਹਦੀ ਸਾਈਕੋਲੋਜੀ, ਸਾਨੂੰ ਇਹਦੇ ਵਿੱਚ ਜਾਣਨਾ ਪਊ, ਇਹਨੂੰ ਡੀਕਨਸਟਰਕਟ ਕਰਨਾ ਪਊਗਾ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਜਿਹਨੂੰ ਅਸੀਂ ਕਹਿੰਦੇ ਜਾਂ ਰਿਸ਼ਤਿਆਂ ਦੇ ਵਿੱਚ ਵਾਇਲੈਂਸ ਆ ਉਹ ਕਿਵੇਂ ਆ, ਸੋ ਕਿੱਥੋਂ ਆਇਆ। ਸੋ ਫਸਟ ਆਫ ਆਲ ਸਾਡਾ ਜਿਹੜਾ ਰਿਸ਼ਤਿਆਂ ਦਾ ਕਲਚਰ ਬਦਲ ਚੁੱਕਿਆ ਵਾ, ਪਰ ਉਸ ਦੇ ਬਦਲਦੇ ਕਲਚਰ ਦੇ ਨਾਲ ਸਾਨੂੰ ਟ੍ਰੇਨਿੰਗ ਨਹੀਂ ਕੋਈ ਪ੍ਰੋਵਾਈਡ ਕੀਤੀ ਗਈ, ਸਾਨੂੰ ਐਜੂਕੇਸ਼ਨ ਨਹੀਂ ਕੋਈ ਪ੍ਰੋਵਾਈਡ ਕੀਤੀ ਗਈ। ਐਂਡ ਸਪੈਸ਼ਲੀ ਮੈਂ ਇੱਥੇ ਗੱਲ ਕਰਾਂਗੀ ਇੱਕ ਆਦਮੀਆਂ ਵਾਸਤੇ। ਕਲਚਰ ਬਦਲ ਚੁੱਕਿਆ ਵਾ, ਇੱਕ ਕੰਟੈਕਟਸ ਬਦਲ ਚੁੱਕਿਆ ਵਾ। ਫੋਰ ਐਗਜ਼ਾਮਪਲ ਜਿਹੜੇ ਆਦਮੀ ਆ, ਮੋਸਟਲੀ ਜਿਹੜੇ ਸਾਡੇ ਰਿਸ਼ਤੇ ਆ, ਜਿਹੜੇ ਇੱਕ ਆਦਮੀ ਵਾਲਾ ਰਿਸ਼ਤਾ ਕਿੱਦਾਂ ਦਾ ਹੁੰਦਾ ਉਹ ਅਸੀਂ ਆਪਦੇ ਘਰਾਂ ਦੇ ਵਿੱਚੋਂ ਸਿੱਖਦੇ ਹਾਂ। ਇੱਕ ਵਾਈਫ ਕਿੱਦਾਂ ਦੀ ਹੁੰਦੀ ਹੈ ਉਹ ਅਸੀਂ ਆਪਦੇ ਘਰਾਂ ਦੇ ਵਿੱਚੋਂ ਸਿੱਖਦੇ। ਇੱਕ ਬੇਟੀ ਕਿੱਦਾਂ ਦੀ ਹੁੰਦੀ ਹੈ ਉਹ ਆਪਦੇ ਘਰਾਂ ਵਿੱਚੋਂ ਸਿੱਖਦੇ ਆ। ਇੱਕ ਪਾਰਟਨਰ ਅਸੀਂ ਕਿੱਦਾਂ ਦੇ ਬਣਨਾ ਅਸੀਂ ਘਰਾਂ ਵਿੱਚੋਂ, ਇੱਕ ਹਸਬੈਂਡ ਅਸੀਂ ਕਿੱਦਾਂ ਦਾ ਬਣਨਾ ਅਸੀਂ ਘਰਾਂ 'ਚੋਂ ਸਿੱਖਦੇ। ਇੱਕ ਫਾਦਰ ਅਸੀਂ ਕਿੱਦਾਂ ਦਾ ਬਣਨਾ ਉਹ ਵੀ ਅਸੀਂ ਆਪਦੇ ਘਰਾਂ ਦੇ ਵਿੱਚੋਂ ਸਿੱਖਦੇ ਹਾਂ। ਹੋਇਆ ਕੀ ਆ ਕਿ ਜੋ ਕਲਚਰ ਜਾਂ ਇੰਡੀਆ ਦੇ ਵਿੱਚ ਸੀਗਾ, ਸਾਡੀ ਜਿਹੜੀ ਇੱਕ ਆਦਮੀਆਂ ਦੀ ਟ੍ਰੇਨਿੰਗ ਉਹ ਇਸ ਲੈਵਲ 'ਤੇ ਕੀਤੀ ਜਾਂਦੀ ਹੈ ਕਿ ਤੂੰ ਕੰਟਰੋਲ ਦੇ ਵਿੱਚ ਆ, ਐਂਡ ਉਹ ਕੰਟੈਕਟਸ ਜਿਹੜਾ ਰਿਸ਼ਤਿਆਂ ਦਾ ਦਿੱਤਾ ਜਾਂਦਾ ਸੀ। ਫੋਰ ਐਗਜ਼ਾਮਪਲ ਮੇਰੀ ਦਾਦੀ ਨੇ ਉਹ ਕੀਤਾ ਜੋ ਉਹਦੀ ਮੰਮੀ ਕਰਦੀ ਸੀ, ਮੇਰੇ ਮਦਰ ਨੇ ਉਹ ਕੀਤਾ ਜੋ ਮੇਰੀ ਨਾਨੀ ਕਰਦੀ ਸੀ। ਸਾਰਾ ਇੱਕ ਲੜੀ ਚੱਲੀ ਆਉਂਦੀ ਆ, ਐਂਡ ਉਹ ਲੜੀ ਡਿਸਟਰਪਟ ਕਿੱਥੇ, ਉਹ ਲੜੀ ਟੁੱਟੀ ਕਿੱਥੇ, ਇੱਥੇ ਆ ਕੇ। ਬਿਕਾਜ਼ ਹੁਣ ਰਿਸ਼ਤਿਆਂ ਦੇ ਵਿੱਚ ਬਦਲਾਅ ਆ, ਬਿਕਾਜ਼ ਹੁਣ ਕਿਉਂਕਿ ਜਿੱਥੇ ਇੱਕ ਆਦਮੀ ਨੂੰ ਰੇਜ਼ ਕੀਤਾ ਜਾਂਦਾ ਸੀ, ਜਿਸ ਕਲਚਰ ਦੇ ਵਿੱਚੋਂ ਅਸੀਂ ਹਾਂ, ਜਿੱਥੇ ਇੰਡੀਆ ਦੇ ਵਿੱਚ ਪਰਵਰਿਸ਼ ਇੱਕ ਆਦਮੀ ਨੂੰ ਰੇਜ਼ ਕੀਤਾ ਜਾਂਦਾ ਸੀ ਕਿ ਤੂੰ ਇੱਕ ਕੰਟਰੋਲ ਦੇ ਵਿੱਚ ਆ, ਤੂੰ ਇੱਥੇ ਆ, ਐਂਡ ਜਿਹੜਾ ਦੂਸਰਾ ਪਾਰਟਨਰ ਆ ਉਹ ਤੇਰਾ ਇੱਥੇ ਆ। ਸੋ ਪਾਵਰ ਦੇ ਵਿੱਚ ਫਰਕ ਆ। ਹੋਇਆ ਕੀ ਆ ਕਿ ਹੁਣ ਤੱਕੜੀ ਦੇ ਵਿੱਚ ਤੁਸੀਂ ਦੋਨੇ ਬੈਲੈਂਸ ਸੀ, ਇੱਕ ਪਾਵਰ ਦੇ ਵਿੱਚ ਸੀਗਾ, ਕੰਟਰੋਲ ਦੇ ਵਿੱਚ ਸੀਗਾ, ਅਤੇ ਇੱਕ ਨਹੀਂ ਕੰਟਰੋਲ ਦੇ ਵਿੱਚ ਸੀਗਾ। ਅਤੇ ਉਹ ਜਿਹੜੀ ਸਿਚੁਏਸ਼ਨ, ਉਹ ਜਿਹੜਾ ਰਿਲੇਸ਼ਨਸ਼ਿਪ ਉਹ ਚੱਲੀ ਜਾਂਦਾ ਸੀ, ਬਿਕਾਜ਼ ਇੱਕ ਕੰਟਰੋਲ ਦੇ ਵਿੱਚ ਸੀ, ਇੱਕ ਪਾਵਰ ਇੱਥੇ ਸੀ। ਆਦਮੀ ਆਦਮੀ ਪੈਸਾ ਲਿਆਉਂਦਾ ਸੀ, ਐਂਡ ਸਾਡਾ ਇੱਕ ਆਦਮੀ ਦਾ ਮੈਨਹੁੱਡ ਕਿਸ ਚੀਜ਼ 'ਤੇ ਟਿਕਿਆ ਹੋਇਆ ਕਿ ਇੱਕ ਪੈਸਾ ਕਮਾਉਣਾ। ਉਹ ਸੋਚਦਾ ਕਿ ਇੱਕ ਪਰਿਵਾਰ ਦੇ ਵਿੱਚ ਪੈਸਾ ਕਮਾਉਣਾ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਐਂਡ ਓਨਲੀ ਜ਼ਿੰਮੇਵਾਰੀ ਆ। ਪਰ ਇਹਦੇ ਵਿੱਚ ਅਸੀਂ ਕੀ ਐਡ ਕਰਤਾ ਵਾ? ਸੋ ਉਹਦੀ ਜਿਹੜੀ ਟ੍ਰੇਨਿੰਗ ਇੱਕ ਆਦਮੀ ਦੀ ਇਸ ਤਰੀਕੇ ਨਾਲ ਹੁੰਦੀ ਕਿ ਇੱਕ ਤਾਕਤਵਰ ਅਤੇ ਇੱਕ ਤੇ ਜਿਹੜਾ ਤੇਰਾ ਦੂਸਰਾ ਪਾਰਟਨਰ ਉਹ ਕਮਜ਼ੋਰ ਹੋਊਗਾ, ਉਹ ਤੇਰੇ ਕੋਲ ਕੰਟਰੋਲ ਆ, ਤੂੰ ਉਹਨੂੰ ਕੰਟਰੋਲ ਕਰਕੇ ਆਪਦੇ ਤਰੀਕੇ ਨਾਲ ਬਦਲ ਸਕਦਾ ਵਾ। ਸੋ ਹੋਇਆ ਕੀ ਆ ਕਿ ਹੁਣ ਜਿਹੜਾ ਸਾਡਾ ਇਹ ਕੰਟੈਕਟ ਆ, ਜਿਹੜਾ ਦੂਸਰਾ ਪਾਰਟਨਰ ਸੀ ਉਹਦੇ ਕੋਲ ਵੀ ਫਰੀਡਮ ਆਉਣ ਲੱਗ ਗਈ, ਉਹ ਵੀ ਇੱਥੇ ਆ ਗਿਆ। ਹੁਣ ਤੱਕੜੀ ਦੇ ਵਿੱਚ ਅਸੀਂ ਇੱਕ ਹੋਰ ਵੱਟਾ ਪਾਤਾ, ਹੁਣ ਤੱਕੜੀ ਡੰਗਮਾਲ ਹੋ ਗਈ। ਕਿਉਂਕਿ ਜਿਹੜਾ ਸਾਡਾ ਪਹਿਲਾਂ ਬੈਲੈਂਸ ਸੀ, ਜਿਹੜਾ ਕਿ ਆਹ ਵਾਲਾ ਬੈਲੈਂਸ ਸੀਗਾ, ਹੁਣ ਉਹ ਬੈਲੈਂਸ ਟੁੱਟ ਗਿਆ। ਬਿਕਾਜ਼ ਜਿਹੜੀ ਦੂਸਰਾ ਪਾਰਟਨਰ ਸੀ ਉਹਨੂੰ ਫਰੀਡਮ ਮਿਲਣ ਲੱਗ ਗਈ, ਉਹਨੂੰ ਪਾਵਰ ਆ ਗਈ, ਉਹਦੇ ਵਿੱਚ ਵੀ ਉਹਦਾ ਜਿਹੜਾ ਕਾਨੂੰਨ ਦਾ ਸਿਸਟਮ ਸੀ, ਜੋ ਕੋਈ ਵੀ ਸਿਸਟਮ ਸੀ ਉਹਨੂੰ ਆ ਗਿਆ। ਸੋ ਹੁਣ ਇਹ ਇੱਥੇ ਆ ਗਿਆ, ਪਰ ਡਾਮਾਡੋਲ ਹੋ ਗਿਆ, ਬਿਕਾਜ਼ ਇਹਨੂੰ ਨਹੀਂ ਪਤਾ ਮੈਂ ਬੈਲੈਂਸ ਕਿਵੇਂ ਕਰਨਾ ਵਾ। ਬਿਕਾਜ਼ ਜਿਹੜੇ ਰਿਸ਼ਤਿਆਂ ਦੇ ਵਿੱਚੋਂ ਇਹ ਆਉਂਦਾ ਵਾ, ਤਾਂ ਬੜਾ ਨਵਾਂ ਕੰਟੈਕਟ ਆ ਕਿ ਦੂਸਰੇ ਇਨਸਾਨ ਕੋਲ ਵੀ ਪਾਵਰ ਆ, ਦੂਸਰੀ ਔਰਤ ਕੋਲ ਫਰੀਡਮ ਆ। ਹੁਣ ਇੱਕ ਔਰਤ ਆਪਦੇ ਰਿਸ਼ਤਿਆਂ ਦੇ ਵਿੱਚ ਡਿਸੀਜਨ ਬਣਾ ਸਕਦੀ ਆ, ਨੋ ਲੋਂਗਰ ਉਹਨੂੰ ਉਹਨੂੰ ਜੇ ਉਹ ਤੁਹਾਡੇ ਮਾਂ ਬਾਪ ਨੂੰ ਲਾਈਕ ਕਰੇ ਜਾਂ ਨਾ ਕਰੇ, ਉਹਦਾ ਡਿਸੀਜਨ ਆ। ਤੁਹਾਡੇ ਰਿਸ਼ਤੇਦਾਰਾਂ ਨਾਲ ਬੋਲੇ ਜਾਂ ਨਾ ਬੋਲੇ, ਡਿਸੀਜਨ ਆ। ਆਪਦੇ ਬੱਚਿਆਂ ਨੂੰ ਕਿਵੇਂ ਪਾਲਦੀ, ਡਿਸੀਜਨ ਆ। ਸੋ ਇਹ ਜੇ ਕੰਟੈਕਸ ਦੇ ਵਿੱਚ ਸਾਡੇ ਕਲਚਰ ਦੇ ਆਦਮੀ ਰਹਿਣ ਦੀ ਉਹਨਾਂ ਦੀ ਮਾਨਸਿਕਤਾ ਨਹੀਂ ਬਣੀ ਹਜੇ, ਇਸ ਕਲਚਰ ਦੇ ਵਿੱਚ ਉਹਨਾਂ ਨੂੰ ਹੈਂਡਲ ਕਿਵੇਂ ਕਰਨਾ ਉਹਨਾਂ ਦੀ ਇੱਕ ਨਹੀਂ ਮਿਲੀ। ਬਿਕਾਜ਼ ਬਦਲਾਵ ਤਾਂ ਆਇਆ, ਪਰ ਇਸ ਕਲਚਰ ਦੇ ਵਿੱਚ ਬਦਲਾਵ ਤਾਂ ਆਇਆ, ਪਰ ਅਸੀਂ ਇੱਕ ਆਦਮੀਆਂ ਨੂੰ ਐਂਡ ਔਰਤਾਂ ਦੇ ਲਈ ਵੀ ਮੈਂ ਕਹੂੰਗੀ, ਇੱਕ ਆਦਮੀਆਂ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕरें, ਇੱਕ ਆਦਮੀਆਂ ਦੀ ਇਹ ਆ ਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਗਈ, ਉਹਨਾਂ ਨੂੰ ਬਦਲਾਵ ਨਹੀਂ ਦਿੱਤਾ ਗਿਆ ਕਿ ਜਿਹੜਾ ਤੂੰ 20-25 ਸਾਲ ਆਪਦੇ ਮਾਪਿਆਂ ਦੇ ਘਰ ਦੇ ਵਿੱਚ ਸਿੱਖਿਆ ਉਹ ਹੁਣ ਤੈਨੂੰ ਤੋੜਨਾ ਪਊਗਾ। ਹੁਣ ਉਹ ਸਿਸਟਮ ਇੱਥੇ ਵਰਕ ਨਹੀਂ ਕਰ ਸਕਦਾ। ਅਸੀਂ ਐਜੂਕੇਸ਼ਨ ਨਹੀਂ ਪ੍ਰੋਵਾਈਡ ਕੀਤੀ ਗਈ, ਅਸੀਂ ਮਾਨਸਿਕਤਾ ਨਹੀਂ ਪ੍ਰੋਵਾਈਡ ਕੀਤੀ ਗਈ। ਬਿਕਾਜ਼ ਜਦੋਂ ਇੱਕ ਕਲਚਰ ਸ਼ਿਫਟ ਹੁੰਦਾ, ਤੁਹਾਡੀ ਮਾਨਸਿਕਤਾ ਕਨਫਿਊਜ਼ਨ ਦੇ ਵਿੱਚ ਜਾਂਦੀ, ਡਿਸਆਰਗੇਨਾਈਜੇਸ਼ਨ 'ਚ ਜਾਂਦੀ। ਬਹੁਤ ਸਾਰੇ ਜਿਹੜੇ ਆਦਮੀ ਜਦੋਂ
ਕਾਉਂਸਲਿੰਗ ਲੈਂਦੇ ਮੇਰੇ ਤੋਂ ਕਹਿੰਦੇ ਕਿ ਮੇਰੀ ਵਾਈਫ ਤੇ ਮੇਰੀ ਮਦਰ ਦੇ ਵਿੱਚ ਮੈਂ ਪਿਸਿਆ ਹੋਇਆ, ਮੈਂ ਸਟਕ ਮਹਿਸੂਸ ਕਰਦਾ ਵਾਂ, ਨਾ ਮੈਂ ਉਹਦੀ ਵਾਈਫ ਦਾ ਹੋ ਸਕਦਾ, ਨਾ ਮੈਂ ਉਹਦੀ ਮਦਰ ਦਾ ਹੋ ਸਕਦਾ, ਕਿਉਂਕਿ ਨਵਾਂ ਸਿਸਟਮ ਆ। ਬਿਕਾਜ਼ ਅੱਗੇ ਤਾਂ ਕੋਈ ਕੁਐਸਚਨ ਹੀ ਨਹੀਂ ਹੁੰਦਾ ਸੀਗਾ ਕਿ ਇੱਕ ਵਾਈਫ ਆਪਦੇ ਇਨ-ਲਾਜ਼ ਨੂੰ ਪਸੰਦ ਕਰੇ ਜਾਂ ਨਾ, ਉਹਨੂੰ ਪਸੰਦ ਕਰਨਾ ਹੀ ਪੈਂਦਾ ਸੀ, ਉਹਨੂੰ ਉਹਨਾਂ ਦੇ ਨਾਲ ਰਹਿਣਾ ਹੀ ਪੈਂਦਾ ਸੀ। ਇੱਕ ਸਿਸਟਮ, ਇੱਕ ਲੜੀ ਤੁਰੀ ਆਉਂਦੀ ਸੀ। ਪਰ ਅੱਜ ਦੀ ਜਿਹੜੀ ਵਾਈਫ ਆ ਉਹ ਹੀ ਡਿਸਾਈਡ ਕਰ ਸਕਦੀ ਹੈ ਕਿ ਮੈਂ ਉਹਦੇ ਮਾਂ-ਬਾਪ ਨਾਲ ਰਹਿਣਾ ਮੰਗਦੀ ਜਾਂ ਨਹੀਂ ਰਹਿਣਾ ਮੰਗਦੀ। ਐਂਡ ਇਹ ਬੜਾ ਨਵਾਂ ਸਿਸਟਮ ਆ ਆਦਮੀਆਂ ਲਈ। ਸੋ ਅਸੀਂ ਇੱਕ ਕਲਚਰ ਦੇ ਵਿੱਚ ਬਦਲਾਵ ਲਿਆਂਦਾ ਵਾ, ਜਿਵੇਂ ਮੈਂ ਕਿਹਾ ਇੱਕ ਤਕੜੀ ਹਿੱਲੀ ਜ਼ਰੂਰ ਆ, ਕਿਉਂਕਿ ਦੂਸਰੇ ਇਨਸਾਨ ਕੋਲ ਵੀ ਪਾਵਰ ਆ ਗਈਆਂ, ਦੂਸਰੇ ਇਨਸਾਨ ਕੋਲ ਵੀ ਬਾਹਰ ਸਪੋਰਟ ਸਿਸਟਮ ਆ ਗਏ, ਦੂਸਰੇ ਇਨਸਾਨ ਨੂੰ ਉਹਨਾਂ ਨੂੰ ਸਿਸਟਮ ਸਪੋਰਟ ਕਰਦਾ ਜੋ ਕਿ ਇੰਡੀਆ ਦੇ ਵਿੱਚ ਨਹੀਂ ਸੀ ਸਪੋਰਟ ਕਰਦਾ ਵਾ। ਸੋ ਇਹ ਤਕੜੀ ਹਿੱਲ ਗਈ। ਐਂਡ ਜਿਹੜਾ ਇਹ ਆਦਮੀ ਆ, ਇਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਰਿਸ਼ਤਿਆਂ ਦੇ ਵਿੱਚ ਕਿਵੇਂ ਰਹਿਣਾ, ਬਿਕਾਜ਼ ਇਹਦੀ ਜਿਹੜੀ ਮਾਨਸਿਕਤਾ ਹਜੇ ਵੀ ਉਹੀ ਮਾਨਸਿਕਤਾ ਜੋ ਇੰਡੀਆ ਦੇ ਵਿੱਚ ਹਰ ਆਦਮੀ ਦੀ ਟ੍ਰੇਨਿੰਗ ਕੀਤੀ ਜਾਂਦੀ, ਜਿਸ ਤਰੀਕੇ ਨਾਲ ਹਰ ਆਦਮੀ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ। ਆਦਮੀ ਨੂੰ ਕਿਵੇਂ ਦੱਸਿਆ ਜਾਂਦਾ ਕਿ ਤੂੰ ਕਿਸੇ ਆਪਦੇ ਪਾਰਟਨਰ ਨਾਲ ਕਿਵੇਂ ਰਹਿਣਾ, ਜਿਵੇਂ ਕਿ ਆਪਾਂ ਹੁਣ ਦੇਖੀਏ ਕਿ ਜਿਹੜੇ ਪਹਿਲਾਂ ਦੇ ਰਿਸ਼ਤੇ ਸੀ ਨਾ, ਉਹ ਇੱਕ ਇੰਸਟੀਟਿਊਸ਼ਨਲ ਰਿਸ਼ਤੇ ਸੀ, ਉਹ ਪਿਆਰ 'ਤੇ ਡਿਪੈਂਡ ਨਹੀਂ ਸੀ। ਫੋਰ ਐਗਜ਼ਾਮਪਲ, ਆਪਣੇ ਦਾਦੀ ਆਪਣੇ ਨਾਨੀ ਨੇ ਕਦੇ ਸੋਚਿਆ ਸੀਗਾ ਕਿ ਮੈਂ ਇਸ ਰਿਸ਼ਤੇ 'ਚ ਖੁਸ਼ ਹਾਂ ਜਾਂ ਨਹੀਂ? ਉਹਨਾਂ ਕੋਲ ਇਹ ਚੋਇਸ ਹੀ ਨਹੀਂ ਸੀ। ਉੱਥੇ ਸਿਰਫ ਰਿਸ਼ਤੇ ਇਸ ਲੈਵਲ 'ਤੇ ਨਿਭਦੇ ਸੀਗੇ ਕਿ ਇੱਕ ਹਸਬੈਂਡ ਆ, ਉਹ ਤੁਹਾਡਾ ਕਮਾਉਂਦਾ ਵਾ, ਉਹ ਪੈਸੇ ਕਮਾਉਂਦਾ, ਉਹ ਬੱਚਿਆਂ ਲਈ ਪੈਸੇ ਲੈ ਕੇ ਆਉਂਦਾ, ਉਹ ਘਰ ਦੇ ਬਾਹਰ ਦੇ ਖਰਚੇ ਚੱਕਦਾ, ਤੇ ਇੱਕ ਔਰਤ ਆ, ਉਹ ਘਰ ਦਾ ਕੰਮ ਕਰਦੀ ਸੀ। ਬਸ ਦੋਨਾਂ ਵਿੱਚ ਇੱਕ ਰਾਜੀਨਾਮਾ ਹੁੰਦਾ ਸੀਗਾ ਕਿ ਇਹ ਕੰਮ ਮੇਰਾ ਵਾ, ਇਹ ਤੇਰਾ। ਐਂਡ ਔਰਤ ਇੱਕ ਨਵੇਂ ਘਰ ਦੇ ਵਿੱਚ ਵਿਆਹੀ ਜਾਂਦੀ ਸੀ, ਲੋਕੀ ਉਹਦੇ ਵੱਲ, ਉਹਨੂੰ ਕਿਚਨ ਵੱਲ ਡਾਇਰੈਕਟ ਕਰ ਦਿੰਦੇ ਸੀਗੇ। ਕੋਈ ਉਹਨੂੰ ਇੱਦਾਂ ਨਹੀਂ ਕਹਿੰਦਾ ਸੀਗਾ ਵੀ ਇਹਨੂੰ ਹੁਣ ਆਪਾਂ ਇਹਨੂੰ ਕਾਰ ਚਲਾਉਣੀ ਸਿਖਾ ਦਈਏ, ਟਰੈਕਟਰ 'ਤੇ ਬਿਠਾ ਦਈਏ, ਇਹਨੂੰ ਫਾਰਮਿੰਗ ਕਰਾਉਣੀ ਸਿਖਾ ਦਈਏ, ਨੋਰਮਲ। ਸੋ ਸਾਡੇ ਜਿਹੜੇ ਰੂਲਸ ਸੀਗੇ ਉਹ ਇਸਟੈਬਲਿਸ਼ ਸੀਗੇ। ਸਾਡੇ ਜਿਹੜੇ ਰੂਲਸ ਸੀਗੇ ਉਹ ਸਾਡੇ ਐਸਟੈਬਲਿਸ਼ ਸੀਗੇ। ਕਿਸੇ ਔਰਤ ਨੂੰ ਜਾ ਕੇ ਆਪਦੇ ਘਰਾਂ ਦੇ ਵਿੱਚ ਉਹਨਾਂ ਨੂੰ ਪਤਾ ਸੀ ਵੀ ਅਸੀਂ ਕਿੱਦਾਂ ਦਾ ਰੋਲ ਅਪਲਾਈ ਕਰਨਾ। ਪਰ ਹੁਣ ਸਾਡੇ ਰੋਲ ਬਦਲ ਰਹੇ ਆ। ਇੱਕ ਮਦਰ ਬਾਹਰ ਵੀ ਕੰਮ ਕਰ ਸਕਦੀ, ਇੱਕ ਮਦਰ ਗਾਰਡਨ 'ਚ ਵੀ ਕੰਮ ਕਰ ਸਕਦੀ, ਇੱਕ ਮਦਰ ਘਰ ਦਾ ਖਰਚਾ ਵੀ ਚੱਕ ਸਕਦੀ ਆ, ਇੱਕ ਮਦਰ ਕਿਸੇ ਵੀ ਤਰੀਕੇ ਨਾਲ ਕੰਮ ਕਰ ਸਕਦੀ ਆ। ਇਹ ਰੂਲਸ ਇਹ ਨਵੇਂ ਆ, ਇਹ ਰੂਲਸ ਨਵੇਂ ਆ। ਸਾਡੇ ਜਿਹੜੇ ਰਿਸ਼ਤਿਆਂ ਦੇ ਰੂਲਸ ਬਦਲੇ ਆ। ਫੋਰ ਐਗਜ਼ਾਮਪਲ, ਹੁਣ ਰੋਟੀ ਕਿਹਨੇ ਬਣਾਉਣੀ ਆ? ਇਹ ਜ਼ਰੂਰੀ ਨਹੀਂ ਕਿ ਔਰਤ ਹੀ ਇੱਕ ਘਰ ਦੇ ਵਿੱਚ ਖਾਣਾ ਬਣਾਵੇ, ਹੁਣ ਆਦਮੀ ਵੀ ਬਣਾ ਸਕਦਾ ਵਾ। ਫੋਰ ਐਗਜ਼ਾਮਪਲ, ਬੱਚੇ ਨੂੰ ਰਾਤ ਨੂੰ ਉੱਠ ਕੇ ਦੁੱਧ ਕਿਹਨੇ ਪਿਆਉਣਾ? ਇਹ ਵੀ ਹੈ ਨਾ, ਕਿਉਂਕਿ ਪਹਿਲਾਂ ਤਾਂ ਇਹ ਰੂਲਸ ਸਾਰੇ ਇਸਟੈਬਲਿਸ਼ ਕੀਤੇ ਹੋਏ ਸੀ ਸਾਡੇ ਸਿਆਣਿਆਂ ਦੇ, ਸਾਡੇ ਜਿਹੜੇ ਉੱਪਰ ਲੋਕ ਸੀ ਉਹਨਾਂ ਨੇ ਇਸਟੈਬਲਿਸ਼ ਕੀਤੇ ਸੀ ਕਿ ਰਾਤ ਨੂੰ ਜਦੋਂ ਬੱਚਾ ਰੋਊਗਾ ਆਦਮੀ ਨਹੀਂ ਉੱਠੂਗਾ, ਔਰਤ ਹੀ ਉੱਠੂਗੀ। ਜਦੋਂ ਕਿਸੇ ਨੂੰ ਘਰ ਦੇ ਵਿੱਚ ਖਾਣੇ ਦੀ ਭੁੱਖ ਲੱਗੀ ਆ, ਔਰਤ ਕਿਚਨ ਦੇ ਵਿੱਚ ਜਾਊ, ਆਦਮੀ ਨਹੀਂ ਜਾਊਗਾ ਕਿਚਨ ਦੇ ਵਿੱਚ। ਸੋ ਇਹ ਰੂਲਸ ਰੈਗੂਲੇਸ਼ਨ, ਇੱਕ ਔਰਤ ਆਊਗੀ, ਉਹਨੂੰ ਆਪਦੇ ਇਨ-ਲਾਜ਼ ਦੇ ਨਾਲ ਐਡਜਸਟ ਕਰਨਾ ਪੈਣਾ, ਉਹਨੂੰ ਆਪਦੇ ਇਨ-ਲਾਜ਼ ਦੇ ਨਾਲ ਰਹਿਣਾ ਪੈਣਾ। ਇਹ ਐਕਸਪੈਕਟਡ ਸੀਗਾ, ਇਹਦੇ ਵਿੱਚ ਕੋਈ ਬਦਲਾਵ ਨਹੀਂ ਸੀ ਆ ਰਿਹਾ। ਹੁਣ ਜਿਹੜੀ ਆਹ ਵਾਲੀ ਜਨਰੇਸ਼ਨ, ਜਿਹੜਾ ਆਹ ਕਲਚਰ ਆ, ਸਾਡੇ ਰਿਸ਼ਤੇ ਬਦਲੇ ਆ, ਸਾਡੀਆਂ ਤੱਕੜੀਆਂ ਹਿੱਲੀਆਂ ਵਾ। ਐਂਡ ਡੋਮੈਸਟਿਕ ਵਾਇਲੈਂਸ ਇਸ ਕਰਕੇ ਆ ਕਿਉਂਕਿ ਸਾਨੂੰ ਨਵੇਂ ਸਿਸਟਮ ਦੇ ਵਿੱਚ ਰਹਿਣਾ ਨਹੀਂ ਆ ਰਿਹਾ। ਕਿਉਂ ਨਹੀਂ ਰਹਿਣਾ ਆਇਆ ਪਿਆ? ਬਿਕਾਜ਼ ਨਵਾਂ ਸਿਸਟਮ ਤਾਂ ਸਾਨੂੰ ਦਿੱਤਾ ਗਿਆ, ਪਰ ਸਾਨੂੰ ਇਹ ਨਹੀਂ ਘਰਾਂ ਦੇ ਵਿੱਚ ਰਹਿਣਾ ਸਿਖਾਇਆ ਗਿਆ ਕਿ ਹੁਣ ਅਸੀਂ ਹੁਣ ਇੱਕ ਦੋ ਇਕੁਅਲ ਦੇ ਨਾਲ ਰਹਿ ਰਹੇ ਹਾਂ। ਹੁਣ ਆਹ ਜਿਹੜਾ ਗੈਪ ਆ ਨਾ, ਉਹ ਖਤਮ ਹੋ ਰਿਹਾ ਵਾ। ਹੁਣ ਇੱਕ ਪਾਵਰਫੁਲ ਅਤੇ ਇੱਕ ਕਮਜ਼ੋਰ ਦਾ ਗੈਪ ਖਤਮ ਹੋ ਰਿਹਾ। ਸਡਨਲੀ ਇੱਕ ਔਰਤ ਅਤੇ ਆਦਮੀ, ਉਹਨਾਂ ਨੂੰ ਬਾਹਰ ਵੀ ਇੱਕ ਇਕੁਆਲਿਟੀ ਮਿਲਣ ਲੱਗ ਗਈ ਆ। ਐਂਡ ਹੁੰਦਾ ਕਿ ਜਦੋਂ ਬਾਹਰ ਇਕੁਆਲਿਟੀ ਮਿਲਣ ਲੱਗ ਜਾਓ, ਘਰਾਂ 'ਤੇ ਵੀ ਰਿਫਲੈਕਟ ਕਰਨ ਲੱਗ ਜਾਂਦੀ ਆ। ਪਰ ਇਸ ਚੀਜ਼ ਦੇ ਵਿੱਚ ਸਾਨੂੰ ਰਹਿਣਾ ਨਹੀਂ ਆ ਰਿਹਾ। ਐਂਡ ਸਪੈਸ਼ਲੀ ਸਾਡੇ ਆਦਮੀਆਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਕਿ ਇਹ ਨਵੇਂ ਰਿਸ਼ਤਿਆਂ ਦੇ ਵਿੱਚ, ਔਰਤਾਂ ਦੀ ਵੀ ਆਪਾਂ ਗੱਲ ਕਰਾਂਗੇ ਪਰ ਉਹ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ। ਮੈਂ ਜਸਟੀਫਾਈ ਨਹੀਂ ਕਰ ਰਹੀ ਵਾਇਲੈਂਸ, ਆਫ ਕੋਰਸ ਇਟਸ ਰੋਂਗ, ਪਰ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਅਸੀਂ ਆਦਮੀਆਂ ਨੂੰ ਇੱਕ ਨਵੇਂ ਰਿਸ਼ਤਿਆਂ ਦੇ ਵਿੱਚ ਸਿੱਟਿਆ, ਨਵੇਂ ਰਿਸ਼ਤਿਆਂ ਦੇ ਵਿੱਚ ਪਾਇਆ, ਉਹਨਾਂ ਨੂੰ ਨਵੇਂ ਕਲਚਰ ਦੇ ਵਿੱਚ ਪਾਇਆ, ਪਰ ਅਸੀਂ ਟ੍ਰੇਨਿੰਗ ਨਹੀਂ ਦੇ ਸਕੇ। ਅਸੀਂ ਰਿਸ਼ਤਿਆਂ ਦੇ ਵਿੱਚ ਟ੍ਰੇਨਿੰਗ ਨਹੀਂ ਦੇ ਸਕੇ ਕਿ ਇਹ ਨਵੇਂ ਰਿਸ਼ਤਿਆਂ ਦੇ ਵਿੱਚ ਕਰਨਾ, ਬਿਕਾਜ਼ ਸਿਸਟਮ ਦੇ ਵਿੱਚ ਬਹੁਤ ਵੱਡਾ, ਕਿਉਂਕਿ ਆਦਮੀ ਇੱਥੋਂ ਤੋਂ ਇੱਥੇ ਆਇਆ, ਔਰਤ ਤਾਂ ਉੱਪਰ ਰਹੀ। ਸਾਡੇ ਲਈ ਠੀਕ ਆ, ਔਰਤਾਂ ਲਈ ਤਾਂ ਜਿਹੜੀਆਂ ਲਾਇਬਿਲਿਟੀਜ਼ ਆ ਜ਼ਿਆਦਾ ਵਧੀਆ ਬਣੀਆਂ ਵਾ, ਔਰਤਾਂ ਲਈ ਫਰੀਡਮ ਬਣੀ ਆ, ਔਰਤਾਂ ਲਈ ਸਪੋਰਟ ਵਧੀਆ। ਸੋ ਸਾਨੂੰ ਇੰਨਾ ਟ੍ਰਾਂਜੀਸ਼ਨ ਕਰਨਾ ਔਖਾ ਨਹੀਂ ਹੋਇਆ, ਈਵਨ ਦੋ ਸਾਡਾ ਵੀ ਆਪਦੇ ਲੈਵਲ 'ਤੇ ਟ੍ਰਾਂਜੀਸ਼ਨ ਔਖਾ ਹੋ ਸਕਦਾ, ਪਰ ਆਦਮੀਆਂ ਲਈ ਬੜਾ ਵੱਡਾ ਟ੍ਰਾਂਜੀਸ਼ਨ ਆ। ਬਿਕਾਜ਼ ਜਿਸ ਕਲਚਰ ਦੇ ਵਿੱਚ ਉਹਨਾਂ ਦੀ ਪਰਵਰਿਸ਼ ਹੋਈ, ਜਿਸ ਘਰ ਦੇ ਵਿੱਚ ਉਹਨਾਂ ਦੀ ਪਰਵਰਿਸ਼ ਹੋਈ, ਉਹਨਾਂ ਨੇ ਆਪਦੇ ਫਾਦਰ ਨੂੰ ਕੰਟਰੋਲ ਕਰਦਾ ਦੇਖਿਆ, ਉਹਨਾਂ ਨੇ ਆਪਦੇ ਫਾਦਰ ਨੂੰ ਡਿਸੀਜਨ ਮੇਕਰ ਦੇਖਿਆ। ਉਹਨਾਂ ਨੇ ਦੇਖਿਆ ਕਿ ਬੰਦੇ ਦੀ ਤਾਂ ਆਦਤ ਹੀ ਆ, ਬੰਦਾ ਤਾਂ ਉੱਪਰ ਇੱਥੇ ਰਹਿੰਦਾ ਵਾ, ਬੰਦਾ ਨਹੀਂ ਕਦੇ ਜਿਹੜੀ ਔਰਤ ਉਹ ਕਮਜ਼ੋਰ ਹੁੰਦੀ ਹੈ ਬੰਦੇ ਤੋਂ, ਐਂਡ ਇਹ ਬੰਦੇ ਦੀ ਘਰ ਦੇ ਵਿੱਚ ਚੱਲਦੀ ਆ। ਸਡਨਲੀ ਤੁਹਾਨੂੰ ਸਿਸਟਮ ਦੇ ਵਿੱਚ ਕਿੱਥੇ ਪਾ ਦਿੱਤਾ ਗਿਆ, ਜਿੱਥੇ ਤੁਹਾਨੂੰ ਕਿਹਾ ਗਿਆ ਕਿ ਨਹੀਂ, ਬੰਦੇ ਦੀ ਨਹੀਂ ਚੱਲਦੀ ਹਰ ਵਕਤ। ਹੁਣ ਔਰਤ ਤੇ ਇੱਕ ਆਦਮੀ, ਹੁਣ ਕੋਲੈਬੋਰੇਸ਼ਨ ਆ, ਹੁਣ ਗੱਲਬਾਤ ਕਰਕੇ ਅਸੀਂ ਰਿਸ਼ਤੇ ਹੁਣ ਫੈਸਲੇ ਕਰਨੇ ਆ। ਸੋ
ਇਹ ਜਿਹੜੀ ਐਜੂਕੇਸ਼ਨ ਹੈ ਮੈਂ ਹਾਈਲੀ ਰეკਮੈਂਡ ਕਰੂੰਗੀ ਹਰ ਆਦਮੀ ਨੂੰ ਆਪਣੇ ਕਲਚਰ ਦੇ ਵਿੱਚ ਐਜੂਕੇਸ਼ਨ ਚਾਹੀਦੀ। ਮੋਸਟ ਆਫ ਦਾ ਟਾਈਮ ਜਦੋਂ ਮੈਂ ਡੋਮੈਸਟਿਕ ਵਾਇਲੈਂਸ ਦੇ ਗਰੁੱਪ ਵੀ ਕਰਦੀ ਹਾਂ ਤੇ ਆਦਮੀ ਕਈ ਵਾਰ ਕਹਿ ਦਿੰਦੇ ਆ ਕਿ ਸਾਡੇ ਲਈ ਇਹ ਗਰੁੱਪ ਕਰਨਾ ਜ਼ਰੂਰੀ ਹੈ, ਸਾਨੂੰ ਰਿਸ਼ਤੇ ਸੇ ਬਾਰੇ ਕੀ ਸਿੱਖਣਾ ਵਾ, ਰਿਸ਼ਤੇ ਤਾਂ ਸਾਨੂੰ ਪਤਾ ਹੀ ਹੈ ਕਿਵੇਂ ਆਪਦੇ ਬੱਚਿਆਂ ਨੂੰ ਪਿਆਰ ਕਰਨਾ, ਆਪਦੀ ਘਰ ਵਾਲੀ ਨੂੰ ਪਿਆਰ ਕਰਨਾ ਗਾ। ਐਂਡ ਜਿਹੜੀਆਂ ਬਿਕਾਜ਼ ਜਿਹੜੀਆਂ ਸਾਡੀਆਂ ਮਾਨਸਿਕ ਆਦਤਾਂ, ਕਿੰਨੇ ਆਦਮੀ ਆ ਉਹ ਅੱਜ ਇਸ ਚੀਜ਼ 'ਤੇ ਸਫਰ ਕਰਦੇ ਆ ਕਿ ਉਹਨਾਂ ਦੀ ਮਦਰ ਤੇ ਉਹਨਾਂ ਦੀ ਵਾਈਫ ਦੀ ਨਹੀਂ ਬਣਦੀਗੀ। ਇਹ ਮਾਨਸਿਕਤਾ ਟਿਕੀ ਵੀ ਆ ਬਿਕਾਜ਼ ਪਿੱਛੋਂ ਲੈ ਕੇ ਆਏ ਵੇ ਆ ਅਸੀਂ, ਇਹ ਸੋਚ, ਇਹ ਬਲੀਫ ਸਿਸਟਮ ਬੜਾ ਸਟਰੋਂਗ ਲੈ ਕੇ ਆਏ ਵੇ ਆ ਕਿ ਇਹਨਾਂ ਚੀਜ਼ਾਂ ਇਹਨਾਂ ਦੋਨਾਂ ਦੇ ਵਿੱਚ ਘਰ ਦੇ ਵਿੱਚ ਇਹਨਾਂ ਦੀ ਬਣਨੀ ਚਾਹੀਦੀ ਆ। ਐਂਡ ਹੁਣ ਸਾਡਾ ਕਲਚਰ ਟੁੱਟ ਰਿਹਾ ਤੇ ਸਾਡਾ ਬਲੀਫ ਸਿਸਟਮ ਵੀ ਟੁੱਟੂਗਾ। ਐਂਡ ਜਦੋਂ ਵੀ ਤੁਹਾਡੀ ਕੋਈ ਸੋਚ ਟੁੱਟਦੀ ਆ ਜ਼ਰੂਰ ਆ ਜਿਹੜਾ ਤੁਹਾਡਾ ਦਿਮਾਗ ਆ ਉਹ ਡਿਸਆਰਗੇਨਾਈਜੇਸ਼ਨ ਸਟੇਟ ਦੇ ਵਿੱਚ ਜਾਂਦਾ। ਤੁਹਾਡਾ ਦਿਮਾਗ ਇੱਕ ਘਮਲਾ ਜਿਵੇਂ ਆਪਾਂ ਉਹਨੂੰ ਪੰਜਾਬੀ ਦੇ ਵਿੱਚ ਕਹਿ ਦਈਏ, ਇੱਕ ਖਲਾਰੇ ਵਿੱਚੋਂ ਦੀ ਜਾਂਦਾ। ਐਂਡ ਖਲਾਰਾ ਸਾਨੂੰ ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ। ਸੋ ਜਿਹੜਾ ਇੱਕ ਡੋਮੈਸਟਿਕ ਜਿਹੜੀ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਲੜਾਈਆਂ ਹੋ ਰਹੀਆਂ ਉਹ ਇਸੇ ਕਰਕੇ ਕਿਉਂਕਿ ਬੰਦੇ ਕਨਫਿਊਜ਼ ਆ, ਆਦਮੀ ਕਨਫਿਊਜ਼ ਆ, ਉਹ ਡਿਸਆਰਗੇਨਾਈਜੇਸ਼ਨ। ਮੈਂ ਬਹੁਤ ਮੇਰੇ ਆਫਿਸ 'ਚ ਜਦੋਂ ਆਉਂਦੇ ਉਹ ਕਹਿੰਦੇ ਅਸੀਂ ਆਪਦੇ ਘਰ ਦੇ ਵਿੱਚ ਕੰਮ ਵੀ ਕਰੀਦਾ ਵਾ, ਪੈਸੇ ਵੀ ਲੈ ਕੇ ਆਈਦੇ, ਫਿਰ ਵੀ ਸਾਡੀ ਵਾਈਫ ਖੁਸ਼ ਨਹੀਂ ਹੈਗੀ, ਫਿਰ ਵੀ ਇਹਨੇ ਸਾਨੂੰ ਰਿਪੋਰਟ ਕੀਤਾ। ਇਹਨੇ ਕਿਉਂ ਸਾਨੂੰ ਰਿਪੋਰਟ ਕੀਤਾ ਗਾ? ਅਸੀਂ ਤਾਂ ਉਹੀ ਕਰ ਰਹੇ ਹਾਂ ਜੋ ਸਾਡੇ ਘਰਦਿਆਂ ਨੇ ਕੀਤਾ ਗਾ। ਜਿਹੜੇ ਸਾਡੇ ਘਰ ਦੇ ਕਰ ਰਹੇ ਸੀ, ਸਾਡੀਆਂ ਮਾਵਾਂ ਨੇ ਤਾਂ ਕਦੇ ਨਹੀਂ ਇੱਦਾਂ ਦੀ ਪ੍ਰੋਬਲਮ ਕੀਤੀ। ਸਾਡੀਆਂ ਮਦਰਸ ਨੇ ਨਹੀਂ ਕਦੇ ਕਿਹਾ ਗਾ ਕਿ ਵੀ ਮੇਰੀ ਗ੍ਰੈਂਡਮਾ ਤੋਂ ਨਾ ਤੁਸੀਂ ਰਹਿਣਾ ਜਾਂ ਨਹੀਂ ਰਹਿਣਾ। ਸੋ ਇਹ ਸਿਸਟਮ ਵੱਖਰਾ ਵਾ, ਇਹ ਕਲਚਰ ਵੱਖਰਾ ਵਾ। ਐਂਡ ਆਦਮੀਆਂ ਦੀ ਮਾਨਸਿਕਤਾ ਨੂੰ ਟ੍ਰੇਨ ਕਰਨ ਵਾਸਤੇ ਸਾਨੂੰ ਆਦਮੀਆਂ ਨੂੰ ਟ੍ਰੇਨ ਕਰਨਾ ਪੈਣਾ ਕਿ ਇਹ ਨਵੇਂ ਰਿਸ਼ਤਿਆਂ ਦੇ ਵਿੱਚ ਕਿੱਥੇ ਰਹਿਣਾ। ਬਿਕਾਜ਼ ਉਹ ਇੱਕ ਹੁਣ ਕੰਟਰੋਲ ਨਾਲ ਰਿਸ਼ਤਾ ਨਹੀਂ ਨਿਭਾ ਸਕਦੇ ਕਿ ਹੁਣ ਉਹਨਾਂ ਨੂੰ ਥੱਲੇ ਆਉਣਾ ਪੈਣਾ ਤੇ ਹੁਣ ਉਹਨਾਂ ਨੂੰ ਸਮਝਦਾ। ਬਿਕਾਜ਼ ਹੁਣ ਜਿਹੜਾ ਰਿਸ਼ਤਾ ਇਹ ਦੋ ਬਰਾਬਰ ਵਾਲੇ ਇਨਸਾਨਾਂ ਦੇ ਵਿੱਚ ਆ, ਹੁਣ ਆ ਨਹੀਂ ਹੈਗੀ। ਹੁਣ ਤੱਕੜੀ ਨੂੰ ਸਾਨੂੰ ਬੈਲੈਂਸ ਫੇਰ ਕਰਨਾ ਪੈਣਾ। ਐਂਡ ਤੱਕੜੀ ਨੂੰ ਅਸੀਂ ਬੈਲੈਂਸ ਕਿਵੇਂ ਕਰਾਂਗੇ? ਉਹਨਾਂ ਨੂੰ ਐਜੂਕੇਸ਼ਨ ਦੇ ਕੇ, ਆਦਮੀਆਂ ਨੂੰ ਮਾਨਸਿਕ ਐਜੂਕੇਸ਼ਨ ਦੇ ਕੇ, ਤਾਂ ਜੋ ਰਿਸ਼ਤਿਆਂ ਦੇ ਵਿੱਚ ਸਟਕ ਮਹਿਸੂਸ ਨਾ ਕਰਨ। ਬਿਕਾਜ਼ ਇਹ ਰਿਸ਼ਤੇ ਉਹਨਾਂ ਦੇ ਲਈ ਬੜੇ ਨਵੇਂ ਆ, ਇਹ ਪੋਜੀਸ਼ਨਾਂ ਉਹਨਾਂ ਦੀਆਂ ਲਈ ਬੜੀਆਂ ਨਵੀਆਂ ਵਾ। ਬਿਕਾਜ਼ ਜਿਹੜਾ ਆਦਮੀ ਹਮੇਸ਼ਾ ਤੋਂ ਕੰਟਰੋਲ ਦੇ ਵਿੱਚ ਰਹਿਣਾ ਸਿੱਖਿਆ ਵਾ, ਸਡਨਲੀ ਇੱਦਾਂ ਹੋ ਗਿਆ ਵਾ ਬਿਕਾਜ਼ ਓਬਵੀਅਸਲੀ ਉਹ ਤਕੜੀ ਉਹਨੂੰ ਬੈਲੈਂਸ ਕਰਨ ਵਾਸਤੇ ਉਹਨੂੰ ਇੱਥੇ ਆਉਣਾ ਪੈਣਾ ਵਾ। ਐਂਡ ਸਡਨਲੀ ਉਹ ਸੋਚਦਾ ਕਿ ਇਸੇ ਨਾਲ ਦੀਆਂ ਵੀ ਲੋੜਾਂ ਵਾ। ਐਂਡ ਦੂਸਰਾ ਜਿਹੜਾ ਚੇਂਜ ਹੋਇਆ ਵਾ ਕਿ ਹੁਣ ਅਸੀਂ ਆਪਦੇ ਰਿਸ਼ਤਿਆਂ ਦੇ ਵਿੱਚੋਂ ਮਾਨਸਿਕ ਲੋੜਾਂ ਦੀ ਉਮੀਦ ਕਰਦੇ ਹਾਂ। ਹੁਣ ਸਾਡੇ ਪਹਿਲਾਂ ਤੁਸੀਂ ਦੇਖੋ, ਸਾਡੇ ਦਾਦੀ ਜਾਂ ਸਾਡੇ ਨਾਨੀ, ਉਹਨਾਂ ਨੇ ਕਦੇ ਪੁੱਛਿਆ ਸੀ ਕਿ ਮੇਰਾ ਹਸਬੈਂਡ ਮੈਨੂੰ ਖੁਸ਼ ਰੱਖਦਾ? ਨਹੀਂ, ਬਸ ਇੱਕ ਹਸਬੈਂਡ ਸ਼ਰਾਬ ਨਹੀਂ ਪੀਂਦਾ, ਡਰਿੰਕ ਨਹੀਂ ਪੀਂਦਾ, ਠੀਕ ਜੀ ਪੀਂਦਾ ਤੇ ਜਾਂ ਕੰਮ ਕਰਦਾ ਵਾ, ਬਸ ਦੋ ਚੀਜ਼ਾਂ ਹੀ ਜ਼ਰੂਰੀ ਸੀ ਖੁਸ਼ ਰਹਿਣ ਲਈ। ਤੀਜੀ ਪਰ ਹੁਣ ਅਸੀਂ ਆਪਦੀਆਂ ਮਾਨਸਿਕ ਲੋੜਾਂ ਵੀ ਰਿਸ਼ਤਿਆਂ ਦੇ ਵਿੱਚ ਐਡ ਕਰਤੀਆਂ। ਹੁਣ ਅਸੀਂ ਸੋਚਿਆ ਕਿ ਤੂੰ ਮੈਨੂੰ ਖੁਸ਼ ਰੱਖ ਸਕਦਾ ਵਾ, ਠੀਕ ਹੈ, ਤੂੰ ਮੈਨੂੰ ਘਰ ਪ੍ਰੋਵਾਈਡ ਕਰ ਸਕਦਾ, ਮੈਨੂੰ ਪੈਸਾ ਪ੍ਰੋਵਾਈਡ ਕਰ ਸਕਦਾ, ਮੈਨੂੰ ਕਾਰ ਪ੍ਰੋਵਾਈਡ ਕਰ ਸਕਦਾ, ਮੇਰੇ ਬੱਚਿਆਂ ਦੀ ਮਦਦ ਟੇਕ ਕੇਅਰ ਕਰ ਸਕਦਾ, ਪਰ ਕੀ ਤੂੰ ਫਿਰ ਵੀ ਮੈਨੂੰ ਖੁਸ਼ ਰੱਖ ਸਕਦਾ ਮਾਨਸਿਕ ਲੈਵਲ 'ਤੇ? ਸੋ ਹੁਣ ਇੱਕ ਮਾਨਸਿਕਤਾ ਵੀ ਐਡ ਹੋ ਗਈ ਹੈ ਸਾਡੇ ਰਿਸ਼ਤਿਆਂ ਦੇ ਵਿੱਚ। ਸੋ ਜਿਹੜਾ ਇੰਸਟੀਟਿਊਸ਼ਨ ਆ, ਜਿਹੜਾ ਰਿਲੇਸ਼ਨਸ਼ਿਪ ਇੰਸਟੀਟਿਊਸ਼ਨ ਆ, ਉਹਦੇ ਵਿੱਚ ਬਹੁਤ ਬਦਲਾਵ ਆਇਆ। ਐਂਡ ਇਸੇ ਕਰਕੇ ਸਾਨੂੰ ਕਾਉਂਸਲਿੰਗ ਦਫ਼ਤਰ ਵੀ ਜ਼ਿਆਦਾ ਦੇਖਣੇ ਪੈਂਦੇ ਬਿਕਾਜ਼ ਉਸ ਬਦਲਾਵ ਲਈ ਸਾਨੂੰ ਆਪਦੇ ਆਪ ਨੂੰ ਅੰਦਰ ਮਾਨਸਿਕਤਾ ਬਦਲਣੀ ਪੈਣੀ ਆ। ਕਿਉਂਕਿ ਜਿਹੜੇ ਰਿਸ਼ਤਿਆਂ ਦੇ ਵਿੱਚ, ਜਿਹੜੇ ਘਰਾਂ ਦੇ ਵਿੱਚ ਸਾਡਾ ਪਾਲਣ ਪੋਸ਼ਣ ਹੋਇਆ, ਸਾਡੀਆਂ ਮਾਨਸਿਕਤਾ ਜਿਹੜੀਆਂ ਲੀਆਂ ਵਾ ਬੜੀਆਂ ਸਟਰੋਂਗ ਬਣਾਈਆਂ ਵੀਆਂ। ਐਂਡ ਹੁਣ ਐਜ਼ ਅ ਕਾਉਂਸਲਰ ਐਂਡ ਮੋਸਟ ਆਫ ਦਾ ਟਾਈਮ ਇੱਕ ਹਸਬੈਂਡ ਮੇਰੇ ਕੋਲ ਆਏ ਤੇ ਉਹ ਕਹਿੰਦੇ ਕਿ ਮੇਰੀ ਵਾਈਫ, ਮੈਂ ਕੰਮ ਕਰਦਾ ਵਾਂ ਸਾਰਾ ਦਿਨ ਤੇ ਮੇਰੀ ਵਾਈਫ ਮੇਰੇ ਲਈ ਖਾਣਾ ਨਹੀਂ ਬਣਾਉਂਦੀ, ਕਿ ਇੱਦਾਂ ਕਿੱਦਾਂ ਹੋ ਸਕਦਾ ਵਾ? ਹਾਂਜੀ, ਨੋ ਪ੍ਰੋਬਲਮ ਸੀ। ਜੇ ਤੁਹਾਡੇ ਕੋਈ ਕੁਐਸਚਨਸ ਹੋਣ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਾ ਸਕਦੇ ਆ। ਮੇਰੀ ਵਾਈਫ ਖਾਣਾ ਨਹੀਂ ਬਣਾਉਂਦੀ, ਕਿ ਮੈਂ ਸਾਰਾ ਦਿਨ ਕੰਮ ਕਰਕੇ ਆਉਣਾ, ਉਹਨੂੰ ਖਾਣਾ ਬਣਾਉਣਾ ਚਾਹੀਦਾ ਮੇਰਾ ਖਾਣਾ? ਐਂਡ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਸ਼ਨਸ ਕੀ ਆਪਣੇ ਕੋਲ? ਐਂਡ ਉਹ ਆਪਦੀ ਇੱਕ ਐਗਜ਼ਾਮਪਲ ਦੇ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਂ, ਉਹ ਆਪਦੀ ਥਾਂ ਸਹੀ ਆ ਬਿਕਾਜ਼ ਇਹ ਜਿਹੜਾ ਸਿਸਟਮ ਸੀਗਾ ਉਹਨਾਂ ਦੇ ਘਰ ਦੇ ਵਿੱਚ ਹੋਇਆ। ਫਾਦਰ ਕੰਮ ਤੋਂ ਆਉਂਦੇ ਸੀ, ਮਦਰ ਖਾਣਾ ਬਣਾਉਂਦੀ ਸੀ। ਸੋ ਆਪਦੇ ਸਿਸਟਮ, ਆਪਦੇ ਦਿਮਾਗ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਐਕਸਪੈਕਟੇਸ਼ਨਸ ਕੀਤੀ ਵੀ ਆ, ਉਹ ਸਿਰਫ ਆਪਦੇ ਦਿਮਾਗ ਦੀਆਂ ਆਦਤਾਂ 'ਤੇ ਰਿਐਕਟ ਕਰ ਰਹੇ, ਆਪਦੀਆਂ ਦਿਮਾਗ ਦੀਆਂ ਆਦਤਾਂ। ਸੋ ਕਹਿੰਦੇ ਵੀ ਮੈਂ ਸਾਰਾ ਦਿਨ ਕੰਮ ਕਰਦਾ ਅਤੇ ਸ਼ਾਮ ਨੂੰ ਮੇਰੀ ਵਾਈਫ ਕਹਿੰਦੀ ਮੈਂ ਘਰੇ ਖਾਣਾ ਨਹੀਂ ਬਣਾਉਣਾ। ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਸ਼ਨ ਕੀ ਆ? ਕਹਿੰਦੇ ਆਪਸ਼ਨ ਤੁਸੀਂ ਮੇਰੀ ਵਾਈਫ ਦੀ ਕਾਉਂਸਲਿੰਗ ਕਰੋ, ਉਹਨੂੰ ਕਹੋ ਕਿ ਖਾਣਾ ਬਣਾਵੇ। ਐਂਡ ਮੈਂ ਕਿਹਾ ਹੋਰ ਕੀ ਆਪਸ਼ਨ ਹੋ ਸਕਦਾ ਵਾ? ਕਹਿੰਦੇ ਹੋਰ ਤਾਂ ਕੋਈ ਆਪਸ਼ਨ ਨਹੀਂ ਹੋ ਸਕਦਾ, ਹੋਰ ਕੋਈ ਇਹਦੇ ਵਿੱਚ ਆਪਸ਼ਨ ਐਗਜ਼ਿਸਟ ਹੀ ਨਹੀਂ ਕਰ ਸਕਦਾ।
ਤੇ ਉਹ ਕਹਿੰਦੇ ਕਿਤੇ ਤੁਸੀਂ ਮੈਨੂੰ ਇਹ ਤਾਂ ਨਹੀਂ ਕਹਿ ਰਹੇ ਕਿ ਮੈਂ ਖਾਣਾ ਬਣਾਉਣਾ ਕੋਸ਼ਿਸ਼ ਕਰਾਂ, ਮੈਂ ਕਿਚਨ ਦੇ ਵਿੱਚ ਐਂਟਰ ਕਰਾਂ। ਐਂਡ ਜੀ ਹਾਂ, ਐਗਜ਼ੈਕਟਲੀ। ਸੋ ਉਹਨਾਂ ਨੇ ਸੈਕਿੰਡ ਕਾਉਂਸਲਿੰਗ ਸੈਸ਼ਨ ਤੇ ਉਹ ਮੇਰੇ ਨਹੀਂ ਆਏਗੇ ਬਿਕਾਜ਼ ਇਟਸ ਟਰੂ, ਕਿਉਂਕਿ ਜਿਹੜੀ ਉਹ ਮਾਨਸਿਕਤਾ ਨਾਲ ਲੈ ਕੇ ਆ ਰਿਹਾ, ਉਹ ਇੱਕ ਔਰਤ ਤੋਂ ਉਹੀ ਉਮੀਦਾਂ ਰੱਖ ਰਹੇ ਆ ਜਿਹੜੀਆਂ ਉਹਨਾਂ ਨੇ ਇੱਕ ਔਰਤ ਨੂੰ ਭਰਦਿਆਂ ਦੇਖਿਆ ਹੋਇਆ ਆਪਦੇ ਘਰ ਦੇ ਵਿੱਚ, ਆਪਦੇ ਬਚਪਨ ਦੇ ਵਿੱਚ, ਆਪਦੇ ਇੱਕ ਵੱਡੇ ਹੋ ਰਹੇ। ਐਂਡ ਰਾਈਟ ਨਾਓ ਜਿਹੜੀ ਔਰਤ ਉਹਨਾਂ ਦੇ ਸਾਹਮਣੇ ਆ, ਉਹ ਕਹਿ ਰਹੀ ਹੈ ਕਿ ਮੈਂ ਖਾਣਾ ਨਹੀਂ ਬਣਾਉਂਗੀ। ਐਂਡ ਹੁਣ ਉਹਨਾਂ ਕੋਲ ਆਪਸ਼ਨ ਇਹ ਹੈ ਕਿ ਉਹ ਆਪਦੇ ਆਪ 'ਚ ਖਾਣਾ ਬਣਾਉਣ, ਆਪਦੇ ਆਪ ਖਾਣਾ ਬਣਾਉਣ, ਜਿਹੜਾ ਕਿ ਇੱਕ ਆਦਮੀ ਲਈ ਖਾਣਾ ਬਣਾਉਣਾ, ਇੱਕ ਆਦਮੀ ਲਈ ਕਿਚਨ ਦਾ ਕੰਮ ਕਰਨਾ ਬਹੁਤ ਰਿਸਪੈਕਟਫੁਲ ਨਹੀਂ ਮੰਨਿਆ ਜਾਂਦਾ ਗਾ। ਇੱਕ ਮੈਨਹੁੱਡ ਦੀ ਦੇ ਵਿੱਚ ਨਹੀਂ ਆਉਂਦਾ ਗਾ, ਉਹ ਡੈਫੀਨੇਸ਼ਨ ਨਹੀਂ ਆਉਂਦੀ ਗੀ। ਸੋ ਜਦੋਂ ਅਸੀਂ ਇਹਨਾਂ ਵਾਇਲੈਂਸ, ਜਦੋਂ ਅਸੀਂ ਡੋਮੈਸਟਿਕ ਵਾਇਲੈਂਸ, ਇਸ ਰਿਲੇਸ਼ਨਸ਼ਿਪ ਵਾਇਲੈਂਸ ਦੀ ਗੱਲ ਕਰਦੇ ਹਾਂ, ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਐਜੂਕੇਸ਼ਨ ਲਈਏ, ਅਸੀਂ ਮਾਨਸਿਕ ਐਜੂਕੇਸ਼ਨ ਲਈਏ ਕਿ ਇਹ ਬਦਲਦੇ ਸਿਸਟਮ ਦੇ ਨਾਲ ਮੇਰੇ ਮਨ ਦੀਆਂ ਸੋਚਾਂ ਵੀ ਬਦਲਣ। ਆਈ ਮੀਨ ਇਹ ਇੰਨਾ ਈਜ਼ੀ ਨਹੀਂ ਹੈਗਾ ਗਾ, ਮੈਂ ਨਹੀਂ ਕਹਿ ਰਹੀ। ਥੈਂਕ ਯੂ। ਮੈਂ ਨਹੀਂ ਕਹਿ ਰਹੀ ਇੰਨਾ ਈਜ਼ੀ ਆ, ਜੇ ਕਈ ਵਾਰ ਆਪਾਂ ਕਹਿ ਦਿੰਦੇ ਕਿ ਨਹੀਂ ਸੌਖਾ ਜਾ, ਨਹੀਂ, ਪਰ ਸਾਡੇ ਅੰਦਰ ਦੀਆਂ ਐਕਸਪੈਕਟੇਸ਼ਨਸ ਨਹੀਂ ਬਦਲਦੀਆਂ। ਬਿਕਾਜ਼ ਜਿਹੜੀਆਂ ਮਾਨਸਿਕ ਸੋਚਾਂ ਬੜੀਆਂ ਹੁੰਦੀਆਂ ਉਹ ਤਾਂ ਆਪਦੇ ਆਪ ਆਟੋਮੈਟਿਕ ਆਈ ਜਾਂਦੀਆਂ, ਆਟੋਮੈਟਿਕ ਤੁਹਾਨੂੰ ਆਈ ਜਾਂਦੀਆਂ ਕਿ ਮੇਰੀ ਵਾਈਫ ਨੂੰ ਆਹ ਕਰਨਾ ਚਾਹੀਦਾ, ਮੇਰੇ ਹਸਬੈਂਡ ਨੂੰ ਆਹ ਕਰਨਾ ਚਾਹੀਦਾ, ਮੇਰੀ ਵਾਈਫ ਨੂੰ ਆਹ ਕਰਨਾ ਚਾਹੀਦਾ। ਸੋ ਇੰਨਾ ਸੌਖਾ ਨਾ ਸਮਝੋ ਕਿ ਇੱਕ ਬਹੁਤ ਸੌਖਾ ਜਸਟ ਬਿਕਾਜ਼ ਸਾਡੇ ਬਾਹਰਲੀ ਦਿਸ਼ਾ ਬਦਲ ਗਈ ਆ, ਸਾਡੇ ਅੰਦਰ ਦੀ ਵੀ ਮਿੰਟ 'ਚ ਬਦਲ ਜੂਗੀ। ਨਹੀਂ, ਅੰਦਰ ਦੀ ਦਿਸ਼ਾ ਬਦਲਣ ਨੂੰ ਵਕਤ ਲੱਗਦਾ, ਪ੍ਰੋਸੈਸ ਲੱਗਦਾ, ਇੱਕ ਖਲਾਰੇ ਵਿੱਚੋਂ ਨਿਕਲਣਾ ਪੈਂਦਾ ਤਾਂ ਜੋ ਫਿਰ ਅਸੀਂ ਆਰਗੇਨਾਈਜ਼ ਕਰੇ ਜਾਈਏ। ਸੋ ਨੈਕਸਟ ਟਾਈਮ ਆਪਦੇ ਆਪ ਨੂੰ ਜਦੋਂ ਤੁਸੀਂ ਰਿਸ਼ਤਿਆਂ ਦੇ ਵਿੱਚ ਘੁੱਟਣ ਮਹਿਸੂਸ ਕਰਦੇ, ਰਿਸ਼ਤਿਆਂ ਦੇ ਵਿੱਚ ਦੁੱਖ ਮਹਿਸੂਸ ਕਰਦੇ ਹੋ, ਮੈਂ ਹਾਈਲੀ ਰੈਕਮੈਂਡ ਕਰਦੀ ਇੱਕ ਕਾਉਂਸਲਰ ਹਾਇਰ ਕਰਕੇ ਇੱਕ ਇੱਕ ਗਰੁੱਪ ਐਜੂਕੇਸ਼ਨ ਲੈਣ ਵਾਸਤੇ, ਇੱਕ ਰਿਲੇਸ਼ਨਸ਼ਿਪ ਐਜੂਕੇਸ਼ਨ ਲੈਣ ਵਾਸਤੇ ਜ਼ਰੂਰ ਜਾਓ। ਬਿਕਾਜ਼ ਇਹ ਬਦਲਦੇ ਬਾਹਰਲੇ ਇਨਵਾਇਰਮੈਂਟ ਨਾਲ ਤੁਹਾਡੀਆਂ ਸੋਚਾਂ ਦਾ ਬਦਲਣਾ ਬੜਾ ਜ਼ਰੂਰੀ ਆ, ਤੁਹਾਡਾ ਡੂੰਘੀਆਂ ਸੋਚਾਂ ਦਾ ਬਦਲਣਾ ਬੜਾ ਜ਼ਰੂਰੀ ਆ। ਬਿਕਾਜ਼ ਇਹਦੇ ਵਿੱਚ ਇਹ ਨਹੀਂ ਗਾ ਕਿ ਇੱਕ ਬੁਰਾ ਵਾ ਅਤੇ ਇੱਕ ਚੰਗਾ ਵਾ, ਬਸ ਸਾਨੂੰ ਮਾਨਸਿਕਤਾ ਬਦਲਣ ਦੀ ਲੋੜ ਆ। ਐਂਡ ਜਿੰਨਾ ਚਿਰ ਅਸੀਂ ਆਪਦੇ 'ਚ ਮਾਨਸਿਕਤਾ ਨਹੀਂ ਬਦਲਦੇ, ਉਹਨਾਂ ਚਿਰ ਅਸੀਂ ਫਰਸਟ੍ਰੇਟਡ ਹੋਈ ਜਾਵਾਂਗੇ ਰਿਸ਼ਤਿਆਂ ਦੇ ਵਿੱਚ। ਬਿਕਾਜ਼ ਨਵੇਂ ਰਿਸ਼ਤਿਆਂ ਦੇ ਵਿੱਚ ਤੁਹਾਨੂੰ ਪਾ ਦਿੱਤਾ ਗਿਆ, ਨਵੀਂ ਤੱਕੜੀ ਦੇ ਵਿੱਚ ਪਾ ਦਿੱਤਾ ਗਿਆ। ਐਂਡ ਉਸ ਚੀਜ਼ ਨੂੰ ਬੈਲੈਂਸ ਕਰਨਾ ਤੁਹਾਨੂੰ ਸਿੱਖਣਾ ਪੈਣਾ। ਤੁਹਾਨੂੰ ਆਪ ਦਾ ਰੋਲ, ਚਾਹੇ ਤੁਸੀਂ ਇੱਕ ਔਰਤ ਹੋ, ਚਾਹੇ ਤੁਸੀਂ ਇੱਕ ਆਦਮੀ ਹੋ, ਤੁਹਾਨੂੰ ਦੋਨਾਂ ਨੂੰ ਬੈਲੈਂਸ ਕਰਨਾ ਸਿੱਖਣਾ ਪੈ ਰਿਹਾ। ਵਰਨਾ ਤੁਸੀਂ ਉਹੀ ਚੀਜ਼ਾਂ ਕਰ ਰਹੇ ਹੋ ਜੋ ਸਾਡੇ ਮਾਪਿਆਂ ਨਾਲ ਕੀਤੀਆਂ, ਜੋ ਸਾਡੇ ਪਿਛਲੇ ਰਿਸ਼ਤਿਆਂ ਦੇ ਵਿੱਚ ਹੋਈਆਂ ਵਾ। ਸੋ ਪਲੀਜ਼ ਇਸ 'ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹੋਰ ਡੀਟੇਲ ਦੇ ਵਿੱਚ ਜਾਊਂਗੀ। ਸਾਡਾ ਇੱਕ ਕਮਿਊਨੀਕੇਸ਼ਨ ਲੈਵਲ ਬਦਲੇ, ਸਾਡਾ ਅਸੀਂ ਕਮਿਊਨੀਕੇਟ। ਸੋ ਫੋਰ ਐਗਜ਼ਾਮਪਲ, ਜਿਸ ਪਰਿਵਾਰਾਂ ਦੇ ਵਿੱਚੋਂ ਆਉਣੇ ਆ, ਜਿਸ ਰਿਸ਼ਤਿਆਂ ਦੇ ਵਿੱਚੋਂ ਆਉਣੇ ਆ, ਸਾਨੂੰ ਇੱਕ ਆਦਮੀ ਉੱਚੀ ਬੋਲਿਆ ਐਂਡ ਫਿਰ ਔਰਤ ਉਹਦੀ ਗੱਲ ਸੁਣਦੀ ਹੈ। ਇਹੀ ਅਸੀਂ ਟ੍ਰੇਨਡ ਹੋਏ ਮੈਂ ਨਾ ਕਿ ਜਦੋਂ ਅਸੀਂ ਹੌਲੀ ਜਿਹੀ ਗੱਲ ਕਹਿੰਦੇ ਆ, ਇੱਕ ਮੇਰਾ ਕਲਾਇੰਟ ਕਹਿ ਰਿਹਾ ਸੀਗਾ, ਕਹਿੰਦਾ ਮੈਡਮ ਜਦੋਂ ਅਸੀਂ ਹੌਲੀ ਜਿਹੀ ਗੱਲ ਕਹਿੰਦੇ ਆ ਉਹਦਾ ਨਹੀਂ ਕੋਈ ਅਸਰ ਹੁੰਦਾ, ਉੱਚੀ ਬੋਲਣਾ ਪੈਂਦਾ ਵਾ, ਉੱਚੀ ਧਮਕ ਕਰਨਾ ਪੈਂਦਾ ਵਾ, ਫਿਰ ਅਗਲਾ ਗੱਲ ਸਮਝਦਾ ਵਾ। ਜਦੋਂ ਅਸੀਂ ਇਸ ਪੈਟਰਨ 'ਚੋਂ ਆਏ ਹਾਂ, ਇਸ ਮਾਨਸਿਕ ਆਦਤਾਂ 'ਚੋਂ ਆਏ ਹਾਂ। ਐਂਡ ਕਿੰਨੀ ਵਾਰੀ ਜਦੋਂ ਅਸੀਂ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ, ਅਸੀਂ ਹਮੇਸ਼ਾ ਆਪਦੀ ਆਵਾਜ਼ ਉੱਚੀ ਲੈ ਕੇ ਜਾਂਦੇ ਹਾਂ। ਸਾਡਾ ਕਮਿਊਨੀਕੇਸ਼ਨ ਦਾ ਲੈਵਲ ਇਹ ਰਿਹਾ ਵਾ। ਪਰ ਹੁਣ ਜਦੋਂ ਕਿ ਅਸੀਂ ਰਿਸ਼ਤਿਆਂ ਦੇ ਵਿੱਚ ਮਾਨਸਿਕਤਾ ਲੋੜਾਂ ਪਾਈਆਂ ਹੋਈਆਂ, ਜਦੋਂ ਕੋਈ ਇਨਸਾਨ ਦੂਸਰਾ ਉੱਚੀ ਬੋਲੂਗਾ, ਉਹ ਦੂਸਰੇ ਦੀ ਮਾਨਸਿਕਤਾ ਨੂੰ ਡਰਾਊਗਾ। ਐਂਡ ਉਹ ਮਾਨਸਿਕਤਾ ਡਰਨਾ ਨਹੀਂ ਚਾਹੁੰਦੀ ਗੀ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਰਿਸ਼ਤਿਆਂ ਦੇ ਦੀ ਤੱਕੜੀ ਬਦਲੀ ਆ ਐਂਡ ਅਸੀਂ ਆਪਦੀ ਮਾਨਸਿਕ ਤੱਕੜੀ ਵੀ ਹੁਣ ਬਦਲੀਏ। ਸੋ ਪਲੀਜ਼ ਮੈਂ ਹਾਈਲੀ ਰੈਕਮੈਂਡ ਕਰੂੰਗੀ ਕਿ ਮਦਦ ਲਵੋ। ਚਾਹੇ ਤੁਹਾਨੂੰ ਇਹ ਨਹੀਂ ਹੈਗਾ ਕਿ ਬਹੁਤ ਵੱਡੀ ਚੀਜ਼ ਹੋ ਜੇ ਤਾਂ ਹੀ, ਜੇ ਤੁਸੀਂ ਆਪਦੇ ਆਪ 'ਚ ਮਹਿਸੂਸ ਕਰਦੇ ਪਏ ਹੋ ਕਿ ਮੈਂ, ਐਂਡ ਇਕੱਲੇ ਨਹੀਂ ਤੁਸੀਂ ਮਹਿਸੂਸ ਕਰ ਰਹੇ। ਇੰਨੀਆਂ ਮੇਰੇ ਕੋਲ ਕਾਲਸ ਆਉਂਦੀਆਂ, ਇੰਨੀਆਂ ਮੇਰੇ ਕੋਲ ਰੈਫਰਲਸ ਆਉਂਦੀਆਂ ਵਾ ਕਿ ਜਿੱਥੇ ਇੱਕ ਆਦਮੀ ਰਿਸ਼ਤਿਆਂ ਦੇ ਵਿੱਚ ਮਹਿਸੂਸ ਕਰਦੇ ਬਿਕਾਜ਼ ਤੁਹਾਡੇ ਰੋਲ ਬਦਲੇ ਆ। ਐਂਡ ਜਦੋਂ ਇੱਕ ਆਦਮੀ ਦਾ ਰੋਲ ਬਦਲਦੇ ਆ, ਫਿਰ ਉਹਦੀ ਮਾਨਸਿਕਤਾ ਵੀ ਸਾਨੂੰ ਐਡਜਸਟ ਕਰਨੀ ਪੈਂਦੀ ਉਸ ਰੋਲ 'ਤੇ, ਤਾਂ ਜੋ ਸਫਰ ਨਾ ਕਰੇ। ਸੋ ਤੁਹਾਡਾ ਕੋਈ ਵੀ ਕੁਐਸਚਨਸ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਮੈਂ ਕੁਇਕਲੀ ਇੱਕ ਟੌਪਿਕ ਕਰਨਾ ਚਾਹੁੰਦੀ ਸੀ, ਤੁਹਾਨੂੰ ਜਸਟ ਦੇਣਾ ਚਾਹੁੰਦੀ ਸੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਡੀਟੇਲ ਟੌਪਿਕ ਅਸੀਂ ਲੈ ਕੇ ਆਵਾਂਗੇ ਤਾਂ ਜੋ ਅਸੀਂ ਹੋਰ ਵੀ ਕਰ ਸਕੀਏ। ਪਰ ਕਮਿਊਨੀਕੇਸ਼ਨ, ਸਾਡਾ ਰਿਸ਼ਤਿਆਂ ਦੇ ਵਿੱਚ ਰਹਿਣ ਦੇ ਤਰੀਕੇ ਸਾਨੂੰ ਹੁਣ ਬਦਲਣੇ ਪੈਣਗੇ ਤਾਂ ਜੋ ਸਾਡੀ ਤੱਕੜੀ ਬੈਲੈਂਸ ਹੋ ਸਕੇ। ਬਿਕਾਜ਼ ਹੁਣ ਅਸੀਂ ਜਿਹੜੇ ਦੂਸਰੇ ਇਨਸਾਨ ਨਾਲ ਰਿਸ਼ਤੇ 'ਚ ਹਾਂ, ਅਸੀਂ ਬਰਾਬਰ ਦੇ ਰਿਸ਼ਤੇ 'ਚ ਹਾਂ, ਉੱਪਰ ਥੱਲੇ ਨਹੀਂ ਹੈਗਾ ਗਾ। ਹੁਣ ਉਹ ਵੀ ਜਿਹੜਾ ਦੂਸਰਾ ਇਨਸਾਨ ਸੀ ਉਹ ਸਾਡੇ ਨਾਲ ਆ ਗਿਆ ਵਾ। ਹੁਣ ਉਹਨੇ ਬਰਾਬਰਤਾ ਦੀ ਸਾਨੂੰ ਬਰਾਬਰ ਹੋ ਗਏ ਅਸੀਂ। ਐਂਡ ਬਰਾਬਰੀ ਦੇ ਵਿੱਚ ਰਿਸ਼ਤਾ ਬੈਲੈਂਸ
ਕਰਨਾ ਇੱਕ ਕਲਾ ਵਾ ਬਿਕਾਜ਼ ਕਿਉਂਕਿ ਜਦੋਂ ਇਹ ਡਿਕਟੇਟਰਸ਼ਿਪ ਦਾ ਰਿਸ਼ਤਾ ਹੋਵੇ ਤੇ ਤਾਂ ਸੌਖਾ ਵਾ, ਬਸ ਆ ਆਰਡਰ ਦੇਈ ਜਾਵੇ ਦੂਸਰਾ ਸੁਣੀ ਜਾਵੇ, ਆਰਡਰ ਦੇਈ ਜਾਵੇ ਦੂਸਰਾ ਸੁਣੀ ਜਾਵੇ। ਐਂਡ ਇੱਕ 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 ਰਾਜੀਨਾਮਾ ਹੁੰਦਾ ਵਾ ਜਿਹੜਾ ਰਿਸ਼ਤਿਆਂ ਦੇ ਵਿੱਚ ਪਹਿਲਾਂ ਅਸੀਂ ਰਿਸ਼ਤਿਆਂ ਦੇ ਵਿੱਚ ਵੇਖਿਆ ਵਾ, ਸਾਡੇ ਮਾਂ ਬਾਪ ਦੇ, ਸਾਡੇ ਦਾਦਾ ਦਾਦੀ, ਸਾਡੇ ਨਾਨਾ ਨਾਨੀ ਦੇ ਰਿਸ਼ਤਿਆਂ ਦੇ ਵਿੱਚ ਦੇਖਿਆ, ਪਰ ਹੁਣ ਉਹ ਇੱਥੇ ਆ ਗਏ ਆ ਐਂਡ ਹੁਣ ਇੱਥੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਆ ਕੇ ਅਸੀਂ ਇਹਨਾਂ ਨੂੰ ਕਿਵੇਂ ਮਿਲਣਾ। ਸੋ ਥੈਂਕ ਯੂ ਸੋ ਮਚ ਐਵਰੀਵਨ, ਬਾਏ।